Good morning, students. So, last video ਦੇ ਵਿੱਚ ਬੇਟਾ ਆਪਾਂ theories of inflation ਤੇ inflationary gap ਕੀਤਾ ਸੀ. So now we have causes of inflation. Inflation ਦੇ ਕਾਰਨ ਕੀ ਨੇ? First ਹੈ demand side inflation. ਕਿਉਂ ਹੁੰਦੀ ਹੈ? ਦੇਖੋ ਜਦੋਂ ਪਬਲਿਕ ਐਕਸਪੈਂਡੀਚਰ ਸਰਕਾਰ ਦਾ ਖਰਚਾ, ਗਵਰਨਮੈਂਟ ਐਕਸਪੈਂਡੀਚਰ ਕਿਹਦੇ ਉੱਤੇ ਕਰਦੀ ਹੈ? ਸਕੂਲ ਬਣਾਉਣੇ ਨੇ, ਗਵਰਨਮੈਂਟ ਸਕੂਲ, ਗਵਰਨਮੈਂਟ ਹਸਪੀਟਲਸ ਬਣਾਉਣੇ ਨੇ, ਬਿਲਡਿੰਗਸ, ਰੋਡਸ ਬਣਾਉਣੀਆਂ ਨੇ, ਠੀਕ ਹੈ। ਜਦੋਂ ਪਬਲਿਕ ਐਕਸਪੈਂਡੀਚਰ 'ਚ ਇਨਕਰੀਜ਼ ਆਉਂਦੀ ਹੈ, ਇਟ ਲੀਡਸ ਟੂ ਐਨ ਇਨਕਰੀਜ਼ ਇਨ ਦ ਪਰਚੇਜ਼ਿੰਗ ਪਾਵਰ। ਉਦੋਂ ਲੋਕਾਂ ਦੀ ਦੇਖੋ, ਜਦੋਂ ਸਰਕਾਰ ਸਾਨੂੰ ਫ੍ਰੀ ਹਸਪੀਟਲ ਪ੍ਰੋਵਾਈਡ ਕਰੂਗੀ, ਸਾਡੇ ਹਸਪੀਟਲ ਦੇ ਖਰਚੇ ਘੱਟ ਜਾਣਗੇ, ਉਹਦੇ ਨਾਲ ਕੀ ਹੋਊਗਾ? ਉਹ ਪੈਸਾ ਬਚੂਗਾ, ਅਸੀਂ ਉਹਦੇ ਨਾਲ ਕੀ ਕਰਾਂਗੇ? ਮੋਰ ਗੁੱਡਸ ਦੀ ਡਿਮਾਂਡ ਕਰਾਂਗੇ, ਠੀਕ ਹੈ। ਹੁਣ ਡਿਮਾਂਡ ਵਧੀ ਕਿਉਂ? ਕਿਉਂਕਿ ਸਰਕਾਰ ਨੇ ਸਾਡੀ ਹੈਲਪ ਕਰਤੀ, ਸਾਡੇ ਬੱਚਿਆਂ ਦੇ ਫੀਸ ਦਾ ਖਰਚਾ ਬਚ ਗਿਆ, ਅਸੀਂ ਸਰਕਾਰੀ ਸਕੂਲ 'ਚ ਬੱਚੇ ਪੜ੍ਹਾਏ, ਉਹ ਪੈਸੇ ਦੇ ਨਾਲ ਅਸੀਂ ਮੋਰ ਗੁੱਡਸ ਦੀ ਡਿਮਾਂਡ ਕਰਾਂਗੇ। ਪਰ ਫੁੱਲ ਇੰਪਲਾਇਮੈਂਟ ਆਉਣ ਤੋਂ ਬਾਅਦ ਪ੍ਰੋਡਕਸ਼ਨ ਵਿੱਚ ਇਨਕਰੀਜ਼ ਹੋ ਰਹੀ, ਲੋਕ ਚੀਜ਼ਾਂ ਮੰਗ ਰਹੇ ਨੇ, ਤਾਂ ਕੀ ਹੋਊਗਾ? ਪ੍ਰਾਈਸਿਸ ਹੀ ਵਧਣਗੇ ਸਿਰਫ। ਸੈਕਿੰਡ, ਡੈਫਿਸਿਟ ਫਿਨਾਂਸਿੰਗ ਕੀ ਹੁੰਦੀ ਹੈ? ਨਵੇਂ ਨੋਟ ਛਾਪਣੇ। ਸਰਕਾਰ ਨੇ ਨਵੇਂ ਨੋਟ ਛਾਪਤੇ, ਮੇਰੇ ਹੱਥ 'ਚ ਪੈਸਾ ਆ ਗਿਆ, ਮੈਂ ਮਾਰਕੀਟ 'ਚ ਜਾਊਂਗੀ, ਚੀਜ਼ਾਂ ਖਰੀਦੂੰਗੀ, ਮੰਗੂੰਗੀ, ਪਰ ਪ੍ਰੋਡਕਸ਼ਨ ਉਨੀ ਨਹੀਂ ਵਧਣੀ, ਪ੍ਰਾਈਸਿਸ ਵਧਣਗੇ। ਚੀਪ ਮੋਨੇਟਰੀ ਪਾਲਿਸੀ, ਸਰਕਾਰ ਨੇ ਸਸਤੇ ਰੇਟ ਦੇ ਉੱਤੇ ਕ੍ਰੈਡਿਟ ਅਵੇਲੇਬਲ ਕਰਾਤਾ, ਠੀਕ ਹੈ। ਬੈਂਕ ਰੇਟ ਫਾਲ ਕਰ ਗਿਆ, ਮੈਨੂੰ ਸਸਤੇ ਰੇਟ 'ਤੇ ਲੋਨ ਮਿਲ ਰਿਹਾ ਹੈ। ਸਿਕਿਉਰਿਟੀਜ਼ ਮੈਂ ਖਰੀਦ ਰਹੀ ਹਾਂ ਓਪਨ ਮਾਰਕੀਟ ਦੇ ਵਿੱਚੋਂ, ਜਾਂ ਸਰਕਾਰ ਨੇ ਕ੍ਰੈਡਿਟ ਐਕਸਪੈਂਸ਼ਨ ਪਾਲਿਸੀ ਅਪਲਾਈ ਕਰਤੀ, ਉਹਦੇ ਨਾਲ ਕੀ ਹੋਊਗਾ? ਮਨੀ ਆ ਜੂਗੀ ਲੋਕਾਂ ਦੇ ਹੱਥਾਂ 'ਚ, ਮਨੀ ਆਊਗੀ, ਦੇ ਵਿਲ ਡਿਮਾਂਡ ਮੋਰ ਗੁੱਡਸ ਐਂਡ ਪ੍ਰਾਈਸਿਸ ਵਿਲ ਇਨਕਰੀਜ਼। ਇਨਕਰੀਜ਼ ਇਨ ਡਿਸਪੋਜ਼ੇਬਲ ਇਨਕਮ ਹੁੰਦੀ ਹੈ ਬੇਟਾ ਇਨਕਮ ਲੈਫਟ ਆਫਟਰ ਪੇਮੈਂਟ ਆਫ ਟੈਕਸਿਸ ਤੋਂ ਬਾਅਦ ਜੋ ਪੈਸਾ ਮੇਰੇ ਹੱਥ ਵਿੱਚ ਬਚਦਾ ਹੈ ਖਰਚਣ ਵਾਸਤੇ। ਜੇ ਮੇਰੀ ਡਿਸਪੋਜ਼ੇਬਲ ਇਨਕਮ ਵੱਧ ਜੂਗੀ, ਮੇਰੀ ਡਿਮਾਂਡ ਫॉर ਗੁੱਡਸ ਇਨਕਰੀਜ਼ ਹੋ ਜੂਗੀ। ਡਿਮਾਂਡ ਫॉर ਇਨਕਮ, ਜਦੋਂ ਡਿਮਾਂਡ ਫॉर ਗੁੱਡਸ ਇਨਕਰੀਜ਼ ਹੋਊਗੀ, ਸਪਲਾਈ ਉਨੀ ਇਨਕਰੀਜ਼ ਨਹੀਂ ਹੋ ਜੂਗੀ, ਕੀ ਹੋ ਜੂਗੀ? ਪ੍ਰਾਈਸਿਸ ਰਾਈਜ਼ ਹੋ ਜਾਣਗੇ। ਦੂਸਰਾ ਡੈਮੋਨਸਟ੍ਰੇਸ਼ਨ ਇਫੈਕਟ ਵੀ ਆਉਂਦਾ ਹੈ। ਡੈਮੋਨਸਟ੍ਰੇਸ਼ਨ, ਮੇਰੇ ਜੋ ਗਵਾਂਢੀ ਕੋਲ ਹੈ ਮੈਂ ਵੀ ਉਹਨੂੰ ਲੈਣਾ ਹੈ, ਇਮੀਟੇਟ ਕਰੂੰਗੀ, ਮੈਂ ਉਹਦੀ ਨਕਲ ਕਰੂੰਗੀ, ਕੌਨਸਪੀਸ਼ੀਅਸ ਕੰਜ਼ੰਪਸ਼ਨ 'ਚ ਜਾਊਂਗੀ, ਜਿਹਦੇ ਕਰਕੇ ਡਿਮਾਂਡ ਇਨਕਰੀਜ਼ ਹੋਊਗੀ ਅਤੇ ਪ੍ਰਾਈਸਿਸ ਵਧਣਗੇ। ਬਲੈਕ ਮਨੀ, ਅਨਅਕਾਊਂਟਡ ਮਨੀ ਕਦੋਂ ਹੁੰਦੀ ਹੈ? ਜਦੋਂ ਮੈਂ ਟੈਕਸ ਦੀ ਚੋਰੀ ਕਰਦੀ ਹਾਂ। ਜਦੋਂ ਮੇਰੇ ਕੋਲ ਕਾਲਾ ਧਨ ਹੋਊਗਾ, ਉਹਨੂੰ ਮੈਂ ਲਗਜ਼ਰੀਅਸ ਗੁੱਡ ਦੇ ਉੱਤੇ ਖਰਚ ਕਰੂੰਗੀ, ਜ਼ਿਆਦਾ ਚੀਜ਼ਾਂ ਡਿਮਾਂਡ ਕਰੂੰਗੀ, ਪ੍ਰਾਈਸਿਸ ਵਧਣਗੇ। ਇਨਵੈਸਟਮੈਂਟ 'ਚ ਇਨਕਰੀਜ਼ ਹੋਊਗੀ, ਇਹਦਾ ਮਤਲਬ ਪ੍ਰੋਫਿਟਸ ਇਨਕਰੀਜ਼ ਹੋਣਗੇ, ਪ੍ਰੋਫਿਟ ਇਨਕਰੀਜ਼ ਮਤਲਬ ਪੈਸਾ ਹੱਥ 'ਚ ਆਊਗਾ, ਡਿਮਾਂਡ ਵਧੂਗੀ। ਟੈਕਸਿਸ ਘਟਣਗੇ, ਉਹੀ ਗੱਲ। ਪਹਿਲਾਂ ਮੇਰੇ ਕੋਲੋਂ 100 ਰੁਪਏ 'ਚੋਂ 1000 ਰੁਪਏ 'ਚੋਂ 100 ਰੁਪਏ 'ਚੋਂ ਸਰਕਾਰ 10 ਰੁਪਏ ਟੈਕਸ ਲੈਂਦੀ ਸੀ, ਮੇਰੇ ਕੋਲ 90 ਰੁਪਏ ਬਚਦੇ ਸੀ। ਹੁਣ ਸਰਕਾਰ ਕਹਿੰਦੀ ਟੈਕਸ ਘਟਾ ਦਿਓ ਜੀ, ਸਰਕਾਰ 5 ਰੁਪਏ ਟੈਕਸ ਲੈ ਰਹੀ ਹਾਂ, ਹੁਣ ਮੈਂ 95 ਰੁਪਏ ਲੈ ਕੇ ਮਾਰਕੀਟ 'ਚ ਜਾਊਂਗੀ, ਤਾਂ ਆਪਣੇ ਆਪ ਡਿਮਾਂਡ ਵਧੂਗੀ, ਪ੍ਰਾਈਸਿਸ ਵਧਣਗੇ। ਲੈਸ ਪਬਲਿਕ ਬੋਰੋਇੰਗ, ਜਦੋਂ ਪਬਲਿਕ ਬੋਰੋਇੰਗ ਘੱਟ ਜੇ ਜਾਂ ਪੁਰਾਣੇ ਡੈਟਸ ਪੇ ਕਰ ਦੇਣ। ਮੰਨ ਲਓ ਮੈਂ ਕਿਸੇ ਦਾ 1000 ਰੁਪਏ ਦੇਣਾ ਸੀ, ਮੈਂ ਉਹਨੂੰ 1000 ਰੁਪਏ ਦੇਤਾ, ਉਸ ਬੰਦੇ ਕੋਲ ਪੈਸਾ ਵੱਧ ਗਿਆ, ਹੁਣ ਉਹ ਕੀ ਕਰੂਗਾ? ਮਾਰਕੀਟ 'ਚ ਜਾਊਗਾ, ਚੀਜ਼ਾਂ ਖਰੀਦੂਗਾ, ਪਾਪੂਲੇਸ਼ਨ ਵਧੂਗੀ, ਡਿਮਾਂਡ ਵਧੂਗੀ, ਪ੍ਰਾਈਸਿਸ ਵਧਣਗੇ। ਐਕਸਪੋਰਟਸ ਵਧਣਗੀਆਂ ਮਤਲਬ ਮੋਰ ਇਨਕਮ, ਮੋਰ ਡਿਮਾਂਡ ਫॉर ਗੁੱਡਸ। ਮੋਰ ਐਕਸਪੋਰਟ ਆਫ ਕੰਜ਼ਿਊਮਰ ਗੁੱਡਸ ਮੀਨਸ ਸਾਡੇ ਕੋਲ ਘੱਟ ਚੀਜ਼ਾਂ ਸਪਲਾਈ ਹੋ ਗਈਆਂ, ਜੇ ਅਸੀਂ ਬਾਹਰ ਜ਼ਿਆਦਾ ਭੇਜ ਦਾਂਗੇ। ਮੋਰ ਐਕਸਪੋਰਟ ਦਾ ਮਤਲਬ ਲੈਸ ਫॉर ਡੋਮੈਸਟਿਕ ਕੰਜ਼ੰਪਸ਼ਨ, ਸੋ ਦੇयर ਵਿਲ ਬੀ ਇਨਕਰੀਜ਼ ਇਨ ਪ੍ਰਾਈਸਿਸ। ਇਹ ਤਾਂ ਹੈਗੀ ਡਿਮਾਂਡ ਸਾਈਡ। ਹੁਣ ਸਪਲਾਈ ਹੈ ਜਿਹੜੀ, ਉਹਦੇ ਕਰਕੇ ਇਨਫਲੇਸ਼ਨ ਕਦੋਂ ਆਉਂਦੀ ਹੈ? ਜਦੋਂ ਪ੍ਰੋਡਕਸ਼ਨ ਘੱਟ ਜੇ, ਆਰਟੀਫਿਸ਼ਲ ਸਕੈਰਸਿਟੀ, ਜਾਣ ਬੁੱਝ ਕੇ ਤੁਸੀਂ ਜਿਹੜੇ ਹੋਰਡਰਸ ਨੇ ਚੀਜ਼ਾਂ ਨੂੰ ਇਕੱਠੀਆਂ ਕਰਕੇ ਰੱਖ ਲੈਣ, ਕਹਿਣ ਵੀ ਹੈ ਹੀ ਨਹੀਂ, ਫਿਰ ਜਦੋਂ ਲੋਕ ਮੰਗਣਗੇ ਉਦੋਂ ਉਹੀ ਪੁਰਾਣੀਆਂ ਚੀਜ਼ਾਂ ਜ਼ਿਆਦਾ ਰੇਟ 'ਤੇ ਕੱਢਣੀਆਂ। ਸਰਕਾਰ ਦੀ ਟੈਕਸੇਸ਼ਨ ਪਾਲਿਸੀ, ਹਾਈ ਰੇਟ ਆਫ ਸੇਲਸ ਟੈਕਸ, ਐਕਸਾਈਜ਼ ਡਿਊਟੀ, ਕਾਰਪੋਰੇਸ਼ਨ ਟੈਕਸ, ਜਦੋਂ ਇਹ ਜ਼ਿਆਦਾ ਲੱਗ ਜਾਂਦੇ ਨੇ, ਪ੍ਰੋਡਕਸ਼ਨ ਘੱਟ ਜਾਂਦੀ ਹੈ, ਸਪਲਾਈ ਘੱਟ ਗਈ, ਡਿਮਾਂਡ ਵੱਧ ਗਈ, ਪ੍ਰਾਈਸ ਰਾਈਜ਼। ਫੂਡ ਗ੍ਰੇਨ ਦੀ ਸ਼ਾਰਟੇਜ ਹੋ ਜੇ, ਪ੍ਰਾਈਸ ਰਾਈਜ਼। ਇੰਡਸਟਰੀਅਲ ਡਿਸਪਿਊਟ ਹੋ ਜਾਣਗੇ, ਸਟ੍ਰਾਈਕ ਹੋ ਜੇ, ਲੌਕਆਊਟ ਹੋ ਜੇ, 4 ਦਿਨ ਚੀਜ਼ਾਂ ਨਹੀਂ ਬਣੀਆਂ, ਪ੍ਰਾਈਸਿਸ ਰਾਈਜ਼ ਹੋ ਜਾਣਗੇ। ਟੈਕਨੀਕਲ ਚੇਂਜਸ ਆ ਗਈਆਂ, ਨਿਊ ਇਨਵੈਂਸ਼ਨਸ ਟੇਕ ਪਲੇਸ ਹੁੰਦੀਆਂ ਇਨ ਦਿਸ ਡਾਇਨਾਮਿਕ ਏਜ ਆਫ ਸਾਇੰਸ। ਨਵੀਆਂ ਟੈਕਨੀਕਸ ਨੇ, ਟਾਈਮ ਲੈਂਦੀਆਂ ਨੇ, ਠੀਕ ਹੈ। ਸਵਿਚਿੰਗ ਓਵਰ ਟੂ ਨਿਊ ਟੈਕਨੀਕਸ, ਜਿਹਦੇ ਨਾਲ ਪ੍ਰੋਡਕਸ਼ਨ ਦੀ ਪ੍ਰੋਸੈਸ ਸਲੋ ਡਾਊਨ ਹੋ ਜਾਂਦੀ ਹੈ। ਟੈਕਨੀਸ਼ੀਅਨ ਸਪੈਸ਼ਲਿਸਟ ਨੇ, ਉਹਨਾਂ ਨੂੰ ਰੈਮੂਨਰੇਸ਼ਨ ਐਜ਼ ਯੂਜੂਅਲੀ ਹੀ ਮਿਲ ਰਹੀ ਹੈ,
पर कॉस्ट ऑफ प्रोडक्शन है जिहड़ी वो इनक्रीज़ हो गई, जिस करके सप्लाई घट गई। रॉ मटीरियल घट है, ਉਹਦੇ ਨਾਲ ਪ੍ਰਾਈਸਿਸ ਵਧਣਗੇ। ਕੋਈ ਨੈਚੁਰਲ ਕਲੈਮਿਟੀ ਆ ਗਈ, ਸਪਲਾਈ ਘਟ ਗਈ। ਪ੍ਰੋਡਕਟਿਵ ਸੈਟਅਪ ਇਹੋ ਜਿਹਾ ਹੈ, ਠੀਕ ਹੈ, ਜਿਹਦੇ ਕਰਕੇ ਅਸੀਂ ਲਗਜ਼ਰੀ ਗੁੱਡਸ ਘੱਟ ਜ਼ਿਆਦਾ ਬਣਾ ਰਹੇ ਹਾਂ, ਬੇਸਿਕ ਗੁੱਡਸ ਘੱਟ ਬਣਾ ਰਹੇ ਹਾਂ, ਠੀਕ ਹੈ। ਵਾਰ ਹੋ ਗਈ, ਡਿਊਰਿੰਗ ਵਾਰ ਟਾਈਮ ਰਿਸੋਰਸਿਸ ਨੇ ਸਾਰੇ ਵਾਰ ਗੁੱਡਸ ਵਾਸਤੇ ਬਣਨਗੇ। ਕੰਜ਼ਿਊਮਰ ਗੁੱਡਸ ਨੇ ਉਹਨਾਂ ਉਹ ਘੱਟ ਜਾਣਗੀਆਂ, ਸਪਲਾਈ ਘੱਟ ਜੂਗੀ, ਉਹਨਾਂ ਦੇ ਪ੍ਰਾਈਸਿਸ ਵੱਧ ਜਾਣਗੇ। ਇੰਟਰਨੈਸ਼ਨਲ ਕਾਜ਼ਿਸ, ਡਿਫਰੈਂਟ ਕੰਟਰੀਜ਼ ਦੇ ਦੂਜੀ ਕੰਟਰੀ ਦੇ ਨਾਲ ਟ੍ਰੇਡ ਰਿਲੇਸ਼ਨਸ ਨੇ ਜਿਹੜੇ ਉਹ ਡਿਫਰੈਂਟ ਹੁੰਦੇ ਨੇ, ਇਸ ਕਰਕੇ ਪ੍ਰਾਈਸ ਰਾਈਜ਼ ਹੈ ਜਿਹੜਾ ਉਹ ਹੋ ਜਾਂਦਾ ਹੈ। ਸਰਕਾਰ ਦੀ ਇੰਡਸਟਰੀਅਲ ਪਾਲਿਸੀ ਇਹੋ ਜਿਹੀ ਹੈ ਜਿਹਦੇ ਨਾਲ ਸਪਲਾਈ ਇਫੈਕਟ ਹੋ ਰਹੀ ਹੈ, ਮਤਲਬ ਤੁਸੀਂ ਨਵੀਂ ਇੰਡਸਟਰੀ ਸੈਟਅਪ ਕਰਨੀ ਹੈ, ਉਹਨੂੰ ਸਟ੍ਰਿਕਟਲੀ ਕੰਟਰੋਲਡ ਕਰਦੇ ਹੋ। ਪ੍ਰੋਡਕਸ਼ਨ ਹੈ ਜਿਹੜੀ ਉਹ ਉਨੀ ਨਹੀਂ ਹੋਊਗੀ ਜਿੰਨੀ ਹੋਣੀ ਚਾਹੀਦੀ ਸੀ, ਜਾਂ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਕੋਈ ਬੋਟਲਨੈਕਸ ਕ੍ਰੀਏਟ ਕਰਤੀਆਂ। ਬੋਟਲਨੈਕਸ ਮਤਲਬ ਪ੍ਰੋਬਲਮ ਕ੍ਰੀਏਟ ਕਰਤੀ। ਪ੍ਰੋਬਲਮ ਕਿਵੇਂ ਕ੍ਰੀਏਟ ਕਰਤੀ? ਬਿਜਲੀ ਦੀ ਸਪਲਾਈ ਨਹੀਂ ਹੋ ਰਹੀ, ਬਿਜਲੀ ਦੇ ਕੱਟ ਲਾ ਰਹੇ ਹੋ, ਕੋਲਾ ਨਹੀਂ ਮਿਲ ਰਿਹਾ, ਮੀਨਸ ਆਫ ਟਰਾਂਸਪੋਰਟ ਨਹੀਂ ਮਿਲ ਰਹੀ, ਪ੍ਰੋਡਕਸ਼ਨ ਸਲੋ ਡਾਊਨ ਹੋ ਗਈ, ਸਪਲਾਈ ਫਾਲ ਕਰ ਗਈ, ਠੀਕ ਹੈ। ਇਹ ਹੈਗੇ ਨੇ ਸਪਲਾਈ ਘਟਣ ਦੇ ਕਾਰਨ। ਹੁਣ ਹੈ ਇਨਫਲੇਸ਼ਨ ਦਾ ਇਫੈਕਟ ਕੀ ਹੁੰਦਾ ਹੈ। ਦੇਖੋ ਜੀ, ਡੈਟਰ ਕ੍ਰੈਡੀਟਰ, ਡੈਟਰ ਇਨਫਲੇਸ਼ਨ ਦੇ ਟਾਈਮ ਦੇ ਉੱਤੇ ਗੇਨਰ ਹੋ ਜਾਂਦੇ ਨੇ। ਗੇਨਰ ਮਤਲਬ ਉਹਨਾਂ ਨੂੰ ਫਾਇਦਾ ਹੁੰਦਾ ਹੈ, ਜਿਹੜਾ ਕ੍ਰੈਡੀਟਰ ਹੈ ਜਿਹਨੇ ਕ੍ਰੈਡਿਟ ਦਿੱਤਾ ਹੈ ਲੂਜ਼ਰ ਹੋ ਜਾਂਦਾ। ਕਿੱਦਾਂ? ਦੇਖੋ, ਮੰਨ ਲਓ ਇੱਥੇ ਵੀ ਉਹਨੇ ਐਗਜ਼ਾਮਪਲ ਇਹੀ ਦਿੱਤੀ ਹੋਈ ਹੈ। ਮੰਨ ਲਓ ਇੱਕ ਬੰਦੇ ਨੇ ਕਿਸੇ ਤੋਂ 20,000 ਰੁਪਇਆ ਉਧਾਰ ਲਿਆ, ਠੀਕ ਹੈ। ਇਨਫਲੇਸ਼ਨ ਆ ਗਈ, ਜਦੋਂ ਮੈਂ 20,000 ਰੁਪਇਆ ਪੇ ਕੀਤਾ ਉਸ ਟਾਈਮ ਦੇ ਉੱਤੇ, ਜਿਸ ਟਾਈਮ ਤਾਂ ਮੈਂ 20,000 ਰੁਪਏ 1 ਸਾਲ ਪਹਿਲਾਂ ਲਿਆ ਸੀ, ਉਦੋਂ ਚੀਜ਼ਾਂ 10 ਰੁਪਏ ਦੀ ਮਿਲਦੀ ਸੀ। 20,000 ਦੇ ਨਾਲ ਉਹ 2,000 ਗੁੱਡਸ ਖਰੀਦ ਸਕਦਾ ਸੀ, ਠੀਕ ਹੈ। ਉਹਨੇ ਪੈਸੇ ਦਿੱਤੇ ਮੈਨੂੰ, ਮੈਂ ਉਹ ਪੈਸੇ 1 ਸਾਲ ਆਪਣੇ ਕੋਲ ਰੱਖੇ। 1 ਸਾਲ ਬਾਅਦ ਆਫਟਰ 1 ਈਅਰ ਮੈਂ ਉਹਨੂੰ 20,000 ਰੁਪਏ ਜਦੋਂ ਮੋੜਿਆ, ਹੁਣ ਉਹੀ 10 ਰੁਪਏ ਵਾਲੀ ਚੀਜ਼ ਹੋ ਗਈ 20 ਰੁਪਏ ਦੀ। ਹੁਣ ਉਹ ਕਿੰਨੀਆਂ ਖਰੀਦ ਰਿਹਾ ਹੈ? 1,000 ਦੀਆਂ। ਮੈਨੂੰ ਤਾਂ ਫਾਇਦਾ ਹੋ ਗਿਆ। ਮੈਂ ਪਿਛਲੇ ਸਾਲ ਕਿੰਨੀਆਂ ਖਰੀਦ ਲਈਆਂ? 2,000 ਦੀਆਂ। ਉਹ ਇਸ ਸਾਲ ਕਿੰਨੀਆਂ ਖਰੀਦ ਰਹੀਆਂ? 1,000। ਦਿਸ ਇਜ਼ ਇਫੈਕਟ ਔਨ ਡੈਟਰ ਐਂਡ ਕ੍ਰੈਡੀਟਰ। ਇਫੈਕਟ ਔਨ ਇਨਵੈਸਟਰ, ਇਨਵੈਸਟਰ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਉਹ ਜਿਹੜੇ ਆਪਦੀ ਕੈਪੀਟਲ ਨੂੰ ਗਵਰਨਮੈਂਟ ਸਿਕਿਉਰਿਟੀਜ਼, ਡਿਬੈਂਚਰ ਜਾਂ ਬੌਂਡਸ ਦੇ ਵਿੱਚ ਖਰਚ ਕਰਦੇ ਨੇ, ਉਹਨਾਂ ਨੂੰ ਫਿਕਸਡ ਇੰਟਰਸਟ ਇਨਕਮ ਮਿਲਦੀ ਹੈ। ਦੂਜੇ ਉਹ ਹੁੰਦੇ ਨੇ ਜਿਹੜੇ ਜੁਆਇੰਟ ਸਟਾਕ ਕੰਪਨੀਜ਼ ਦੇ ਸ਼ੇਅਰ ਖਰੀਦਦੇ ਨੇ, ਜਿਹੜੇ ਕਿ ਜਿੱਥੇ ਪ੍ਰੋਫਿਟ ਫਲਕਚੁਏਟ ਕਰਦੇ ਨੇ। ਇਹਨਾਂ ਦੇ ਵਿੱਚੋਂ 2 ਕਲਾਸਿਸ ਆਫ ਇਨਵੈਸਟਰ ਦੇ ਵਿੱਚੋਂ ਆਹ ਫਿਕਸਡ ਇਨਕਮ ਵਾਲੇ ਲੂਜ਼ਰ ਹੁੰਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਉਨੇ ਹੀ ਪੈਸੇ ਮਿਲਣੇ ਨੇ, 20,000 ਹੀ ਮਿਲਣਾ ਹੈ, ਚਾਹੇ ਚੀਜ਼ 10 ਦੀ ਹੋ ਜਾਏ ਚਾਹੇ 20 ਦੀ ਹੋ ਜਾਏ। ਇੱਥੇ ਪ੍ਰੋਫਿਟ ਫਲਕਚੁਏਟ ਹੋਣਗੇ। ਇਨਫਲੇਸ਼ਨ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਇਨਕਮ ਫਲਕਚੁਏਟ ਕਰਦੀ ਆ ਉਹ ਇੱਥੇ ਗੇਨ ਕਰਦੇ ਨੇ, ਕਿਉਂਕਿ ਇਹਨਾਂ ਦੇ ਪ੍ਰੋਫਿਟ ਵੀ ਵਧਣਗੇ, ਨਾਲ ਹੀ ਪ੍ਰਾਈਸ ਵੀ ਵਧਣਗੇ, ਇਹਨਾਂ ਨੂੰ ਫਾਇਦਾ ਹੋਊਗਾ। ਫਿਕਸਡ ਸੈਲਰੀਡ ਕਲਾਸ ਨੂੰ ਲੂਜ਼ਰ ਹੋਣਗੇ। ਬਿਗੈਸਟ ਲੂਜ਼ਰ ਹੈ ਫਿਕਸਡ ਸੈਲਰੀ ਕਲਾਸ, ਸੇਮ ਹੀ ਆ ਪੁਆਇੰਟ। ਪ੍ਰੋਡਿਊਸਰਸ ਨੇ, ਇੱਥੇ ਵੀ 2 ਤਰ੍ਹਾਂ ਦੇ ਹੁੰਦੇ ਨੇ ਪ੍ਰੋਡਿਊਸਰਸ। ਜਿਹੜੇ ਤਾਂ ਸਟਾਕ ਆਫ ਰॉ ਮਟੀਰੀਅਲ ਜਿਨ੍ਹਾਂ ਨੇ ਤਾਂ ਪੁਰਾਣੇ ਪ੍ਰਾਈਸ 'ਤੇ ਖਰੀਦ ਲਿਆ ਉਹ ਗੇਨਰ ਹੋਣਗੇ, ਜਿਨ੍ਹਾਂ ਨੇ ਹੁਣ ਖਰੀਦਿਆ ਹੈ ਰॉ ਮਟੀਰੀਅਲ ਉਹ ਲੂਜ਼ਰ ਹੋਣਗੇ। ਵੇਜਿਸ ਨੇ ਜਿਹੜੀਆਂ ਦੇ ਇਨਕਰੀਜ਼ ਲੈਸ ਦੈਨ ਦਾ ਪ੍ਰਾਈਸਿਸ। ਨੈਕਸਟ ਐਗਰੀਕਲਚਰਿਸਟ ਦੇ ਉੱਤੇ ਫੇਵਰੇਬਲ ਇਫੈਕਟ ਹੋਊਗਾ ਕਿਉਂਕਿ ਉਹ ਪ੍ਰੋਡਿਊਸਰ ਕਲਾਸ ਹੈ। ਮਿਡਲ ਕਲਾਸ ਐਡਵਰਸਲੀ ਇਫੈਕਟ ਹੁੰਦੀ ਹੈ ਕਿਉਂਕਿ ਉੱਥੇ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਹੈ ਜਿਹੜਾ ਉਹੀ ਮੇਨਟੇਨ ਕਰਨ ਵਾਸਤੇ ਹੁਣ ਉਹਨਾਂ ਨੂੰ ਜ਼ਿਆਦਾ ਪੈਸੇ ਲਾਉਣੇ ਪੈਂਦੇ ਨੇ। ਹਾਊਸ ਹੋਲਡ ਸੇਵਿੰਗਸ ਬੈਡਲੀ ਇਫੈਕਟ ਹੁੰਦੀਆਂ ਨੇ ਕਿਉਂਕਿ ਪਹਿਲਾਂ ਘੱਟ ਪੈਸਿਆਂ ਦੇ ਨਾਲ ਕੰਮ ਚੱਲਦਾ ਸੀ, ਹੁਣ ਉਹੀ ਸੇਵਿੰਗਸ ਸਾਡੀਆਂ ਚੀਜ਼ਾਂ ਖਰੀਦਣ ਦੇ ਉੱਤੇ ਲੱਗਣਗੀਆਂ। ਇੰਪਲੋਇਮੈਂਟ ਦੇ ਉੱਤੇ ਇਨੀਸ਼ੀਅਲ ਸਟੇਜਸ ਦੇ ਵਿੱਚ ਇੰਪਲੋਇਮੈਂਟ ਦੇ ਉੱਤੇ ਗੁੱਡ ਇਫੈਕਟ ਪੈਂਦਾ ਹੈ, ਪਰ ਜਿਵੇਂ ਜਿਵੇਂ ਪ੍ਰਾਈਸਿਸ ਵੱਧਦੇ ਨੇ, ਐਕਸਟਰਾ ਪ੍ਰੋਫਿਟ ਅਰਨ ਕਰਦੇ ਨੇ, ਉਹ ਮੋਰ ਪ੍ਰੋਡਕਸ਼ਨ ਕਰਨਾ ਚਾਹੁੰਦੇ ਨੇ, ਨਵੀਆਂ ਇੰਡਸਟਰੀਜ਼ ਵੀ ਆਉਂਦੀਆਂ। ਪਰ ਜਦੋਂ ਇੱਕ ਵਾਰੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਸਿਰਫ ਪ੍ਰਾਈਸਿਸ ਵੱਧਦੇ ਨੇ,